ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਰਜ਼ਾਰਾ ਦਾ ਮਸਲਾ ਕਾਫੀ ਸਾਰਿਆਂ ਵੱਲੋਂ ਉਠਾਇਆ ਜਾ ਰਿਹਾ। ਨਿੱਤ ਨਵੇਂ ਬਿਆਨ ਆ ਰਹੇ ਆ ਅਖਬਾਰਾਂ ਦੇ ਵਿੱਚ, ਸੋ ਆਓ ਇਸ 'ਤੇ ਵਿਚਾਰ ਕਰੀਏ। ਜਿਸ ਨੂੰ ਇਹ ਅਕਾਲ ਤਖਤ ਸਾਹਿਬ ਦੀ ਮਰਜ਼ਾਰਾ ਕਿਹਾ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੋਹ ਰੀਤ ਸਬ ਕਮੇਟੀ ਵੱਲੋਂ ਰੋਹ ਰੀਤ ਦੇ ਖਰੜੇ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣਾ ਮਤਾ ਨੰਬਰ 1 ਮਿਤੀ 1/8/36 ਰਾਹੀਂ 1936 ਭਾਵ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਮਤਾ ਨੰਬਰ 149 ਮਿਤੀ 12/10/36 ਦੁਆਰਾ ਦਿੱਤੀ ਅਤੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 7 ਜਨਵਰੀ 1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ, ਭਾਵ ਐਡਜਸਟ ਕੀਤੀ ਜਾ ਸਕਦੀ ਸੀ। ਸੋ ਇਸੇ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਨੇ ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 3/2/1945 ਦੇ ਮਤਾ ਨੰਬਰ 97 ਰਾਹੀਂ ਦਿੱਤੀ, ਭਾਵ ਮਹੀਨਾ ਕੁ ਬਾਅਦ ਹੀ ਇਹ ਪ੍ਰਵਾਨਗੀ ਦੇ ਦਿੱਤੀ ਵੀ ਇਸ ਦੇ ਵਿੱਚ ਜਿਹੜੀਆਂ ਸੋਧਾਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ। ਇਹ ਪਹਿਲਾ ਹੀ ਪੇਜ ਮੈਂ ਤੁਹਾਨੂੰ ਦਿਖਾ ਰਿਹਾ ਅਤੇ ਹੁਣ ਜਿਹੜੇ ਅਗਲੇ ਪੇਜ ਆ ਉਹਨਾਂ 'ਤੇ ਆਪਾਂ ਚੱਲੀਏ। ਸੋ ਅੱਗੇ ਕੁਝ ਨਾਮ ਦਿੱਤੇ ਹੋਏ ਨੇ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲਿਆ ਜਾਂ ਸਲਾਹ ਦਿੱਤੀ, ਅਤੇ ਜਦੋਂ ਆਪਾਂ ਪਹੁੰਚਦੇ ਹਾਂ ਜਿੱਥੇ ਮਰਜ਼ਾਰਾ ਤਕਰੀਬਨ ਸ਼ੁਰੂ ਕਰਦੇ ਆ 9 ਪੇਜ ਦੇ ਉੱਤੇ, ਅਤੇ ਇੱਥੇ ਤੁਹਾਡੇ ਸਾਹਮਣੇ ਲਿਖਿਆ ਹੋਇਆ ਜਪ ਭਾਵ ਜਪਜੀ ਸਾਹਿਬ, ਜਾਪ ਭਾਵ ਜਾਪ ਸਾਹਿਬ ਅਤੇ ਸਵਈਏ। ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ। ਇਹਨਾਂ ਨੇ 3 ਹੀ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਲਿਖੀਆਂ। ਹੁਣ ਇਹਨੂੰ ਯਾਦ ਰੱਖਿਓ, ਅੱਗੇ ਮੈਂ ਤੁਹਾਨੂੰ ਦਿਖਾਉਣਾ ਅੱਗੇ ਕੀ ਲਿਖਿਆ ਹੋਇਆ ਜਦੋਂ ਅੰਮ੍ਰਿਤ ਛਕਾਉਂਦੇ ਆ, ਉਹਦੇ ਬਾਰੇ ਇਹਨੂੰ ਮਾਇੰਡ 'ਚ ਰੱਖਿਓ। ਅਤੇ ਜੇ ਹੁਣ ਆਪਾਂ ਪੇਜ ਨੰਬਰ 11 'ਤੇ ਆਈਏ ਅਤੇ ਇੱਥੇ ਤੁਹਾਡੇ ਸਾਹਮਣੇ ਲਿਖਿਆ ਹੋਇਆ ਜਦੋਂ ਅਰਦਾਸ ਕੀ ਆ ਜੀ, ਅਤੇ ਲਿਖਿਆ ਜੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਸੋ 45 ਤੋਂ ਬਾਅਦ ਮੋਸਟਲੀ ਇਹ ਕਹਿੰਦੇ ਆ ਜੀ ਇਹ ਤਾਂ ਬਹੁਤ ਪੁਰਾਣੀ ਛਾਪੀ 'ਤੇ ਪਾਸ ਕੀਤੀ ਹੋਈ ਹੈ। ਅਤੇ ਨਨਕਾਣਾ ਸਾਹਿਬ ਤੇ 1947 ਦੇ ਵਿੱਚ ਵਿਛੜਿਆ ਜਦੋਂ ਪਾਕਿਸਤਾਨ ਅਤੇ ਭਾਰਤ ਦੀ ਵੰਡ ਹੁੰਦੀ ਹੈ। ਸੋ ਇਹ ਇੱਥੇ ਕਿੱਦਾਂ ਆ ਗਿਆ, ਮੇਰਾ ਇਹ ਸਵਾਲ ਆ ਵੀ ਇਹ ਚੀਜ਼ਾਂ, ਇਹਦਾ ਮਤਲਬ ਇਹਦੇ 'ਚ ਬਾਅਦ 'ਚ ਵੀ ਐਡਿੰਗ ਹੋਈ, ਬਾਅਦ 'ਚੋਂ ਵੀ ਕਈ ਕੁਝ ਕੀਤਾ ਗਿਆ ਹੈ। ਸੋ ਨਨਕਾਣਾ ਸਾਹਿਬ ਅਤੇ ਜਿਨ੍ਹਾਂ ਗੁਰਦੁਆਰਿਆਂ ਨੂੰ ਗੁਰਧਾਮਾਂ ਤੋਂ ਵਿਛੋੜਿਆ ਗਿਆ ਇਹ, ਅਤੇ ਤਾਂ ਹੀ ਇਹਦੇ ਵਿੱਚ ਲਿਖਤੀ ਆ ਗਿਆ ਨਾ ਅਰਦਾਸ ਦੇ ਵਿੱਚ, ਜੇ ਇਹਦੀ ਐਡਿੰਗ 47 ਤੋਂ ਬਾਅਦ ਹੋਈ, ਕਿਉਂਕਿ 47 'ਚ ਵੰਡ ਹੋਈ, ਪਹਿਲਾਂ ਇਸ ਚੀਜ਼ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਇੱਥੇ ਲਿਖਿਆ ਜੀ ਅਗਲੇ ਪੇਜ 'ਤੇ 12 ਨੰਬਰ ਪੇਜ ਦੇ ਉੱਤੇ ਲਿਖਿਆ ਹੋਇਆ ਅਰਦਾਸ ਤੋਂ ਉਪਰੰਤ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਜਾਵੇ। ਅਤੇ ਦਰਬਾਰ ਸਾਹਿਬ 'ਤੇ ਜੈਕਾਰਾ ਗਜਾਇਆ ਨਹੀਂ ਜਾਂਦਾ ਅਰਦਾਸ ਤੋਂ ਉਪਰੰਤ। ਸੋ ਅਕਾਲ ਤਖਤ ਸਾਹਿਬ ਦੀ ਮਰਜ਼ਾਰਾ ਹੈ ਅਤੇ ਦਰਬਾਰ ਸਾਹਿਬ ਤੱਕ ਵੀ ਨਹੀਂ ਪਹੁੰਚ ਰਹੀ। ਉੱਥੇ ਕਿਉਂ ਨਹੀਂ ਜਾ ਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜ਼ੋਰ ਦਿੰਦਾ ਵੀ ਇੱਥੇ ਜੈਕਾਰਾ ਛੱਡੋ ਵੀ ਅਰਦਾਸ ਤੋਂ ਬਾਅਦ। ਸੋ ਅੱਗੇ 14 ਨੰਬਰ ਪੇਜ ਦੇ ਉੱਤੇ ਲਿਖਿਆ ਜੀ ਤਖਤ 5 ਹਨ, ਅਤੇ 5ਵਾਂ ਤਖਤ ਲਿਖਿਆ ਹੋਇਆ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਸੋ ਆਓ ਹੁਣ ਮੈਂ ਤੁਹਾਨੂੰ ਇਸ ਦੀ ਵੀ ਅਸਲੀਅਤ ਦੱਸਾਂ ਵੀ ਦਮਦਮਾ ਸਾਹਿਬ ਨੂੰ ਤਖਤ ਇਹਨਾਂ ਨੇ ਕਿਹੜੇ ਸੰਨ ਦੇ ਵਿੱਚ ਬਣਾਇਆ। ਇਹ ਕਹਿੰਦੇ ਜੀ ਮਰਜ਼ਾਰਾ ਅਸੀਂ ਬੜੀ ਪੁਰਾਣੀ ਲਿਖੀ ਹੋਈ ਹੈ ਅਤੇ ਬਾਅਦ 'ਚੋਂ ਕਦੀ ਅਸੀਂ ਕੁਝ ਕੀਤਾ ਹੀ ਨਹੀਂ ਇਹਦੇ ਵਿੱਚ, ਇਹ ਤਾਂ ਬਹੁਤ ਪੁਰਾਣੀ ਪ੍ਰਮਾਣਿਤ ਆ। ਸੋ ਆਓ ਹੁਣ ਤੁਹਾਨੂੰ ਅਸਲੀਅਤ ਦਿਖਾਵਾਂ। ਸੋ ਤੁਸੀਂ ਕੋਈ ਵੀ ਜਾਣਾ ਗੂਗਲ 'ਤੇ ਸਰਚ ਕਰ ਸਕਦੇ ਆ, ਤੁਹਾਡੇ ਸਾਹਮਣੇ ਆ ਦੇਖ ਲਓ ਲਿਖਿਆ ਹੋਇਆ ਦਿਸ ਤਖਤ ਵਾਸ ਓਫੀਸ਼ਲੀ ਰੈਕਗਨਾਈਜ਼ਡ ਐਜ਼ ਦਾ 4th ਤਖਤ ਆਫ ਸਿੱਖਿਜ਼ਮ on 18th November 1966 on a demand from the Sikhs, and subcommittee was appointed by the Shromani Gurdwara Prabandhak Committee Amritsar by General Meeting Resolution number 789 on 30th July 1960. A report of the subcommittee containing 183 pages was received to declare Damdama Sahib or Guru Ki Kanchi as the 5th Takht of Sikhs. A general body meeting of the Shromani Gurdwara Prabandhak Committee at Amritsar approved the recommendations through resolution number 32 on 18th November 1966. It was declared as the 5th Sikh Takht by the Government of India in April 1999. ਚਲੋ ਮੈਂ ਸ਼੍ਰੋਮਣੀ ਕਮੇਟੀ 'ਤੇ ਆਵਾਂ। ਸੋ ਸ਼੍ਰੋਮਣੀ ਕਮੇਟੀ ਇਹਨੂੰ 1966 ਦੇ ਵਿੱਚ ਡਿਕਲੇਅਰ ਕਰਦੀ ਹੈ ਵੀ ਇਹ ਦਮਦਮਾ ਸਾਹਿਬ ਐਜ਼ ਏ ਤਖਤ। ਅਤੇ ਇਹ ਕਹਿੰਦੇ ਆ ਜੀ ਇਹ ਮਰਜ਼ਾਰਾ ਬਹੁਤ ਪੁਰਾਣੀ ਛਾਪੀ ਹੋਈ ਆ ਜੀ। ਅਤੇ ਫਿਰ ਇਹ
ਤਖਤ ਸ਼੍ਰੀ ਦਮਦਮਾ ਸਾਹਿਬ ਦਾ ਨਾਮ ਇੱਥੇ ਕਿੱਦਾਂ ਆ ਗਿਆ? ਡਿਕਲੇਅਰ ਤਾਂ ਇਹਨੂੰ 1966 ਦੇ ਵਿੱਚ ਇਹ ਕਰ ਰਹੇ ਆ। ਸੋ ਬਹੁਤ ਕੁਝ ਇਹਦੇ ਵਿੱਚ ਹੋਇਆ ਆ। ਅੱਗੇ ਅੱਗੇ ਵੇਖੋ ਵੀ ਕੀ ਇਹਦੇ ਵਿੱਚ ਆਉਂਦਾ। ਅੱਗੇ ਵੀ ਮੈਂ ਤੁਹਾਨੂੰ ਵਿਖਾਉਣਾ ਆ ਹੋਰ ਕੀ ਕੁਝ ਹੈ। ਅੱਗੇ ਪੇਜ ਨੰਬਰ 15 ਦੇ ਉੱਤੇ ਲਿਖਿਆ ਹੋਇਆ ਜੀ, ਗੁਰਦੁਆਰੇ 'ਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ। ਜ਼ਰੂਰ ਹੋਣਾ ਚਾਹੀਦਾ ਹਰ ਗੁਰਦੁਆਰੇ ਦੇ ਵਿੱਚ ਨਗਾਰਾ, ਪਰ ਬਹੁਤ ਹਜ਼ਾਰਾਂ ਹੀ ਗੁਰਦੁਆਰੇ ਐਸੇ ਆ ਜਿੱਥੇ ਨਗਾਰਾ ਹੈ ਨਹੀਂ। ਅਤੇ ਜਿਹੜੇ ਰੌਲੀ ਪਾ ਰਹੇ ਜੀ, ਜਿਹੜਾ ਇਹਨੂੰ ਮੰਨਦਾ ਜੀ ਨਹੀਂ, ਉਹ ਪੰਥ ਨਹੀਂ ਜੀ, ਉਹ ਕੀ ਹੁਣ ਉਹ ਗੁਰਦੁਆਰਿਆਂ 'ਤੇ ਵੀ ਆਪਾਂ ਕੋਈ ਐਕਸ਼ਨ ਲੈ ਲਾਂਗੇ। ਇਸੇ 15 ਨੰਬਰ ਪੇਜ ਦੇ ਉੱਤੇ ਹੀ ਅੱਗੇ ਕੀਰਤਨ ਦੀ ਮਰਜ਼ਾਦਾ ਜੀ। ਇੱਥੇ ਲਿਖਿਆ, ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਆ। ਹੁਣ ਕਿੰਨੇ ਕੁ ਰਾਗੀ ਇੱਥੇ ਆ ਜਿਹੜੇ ਰਾਗਾਂ ਦੇ ਵਿੱਚ ਕੀਰਤਨ ਕਰਦੇ ਆ? ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸੰਪੂਰਨ ਰਚਨਾ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ। ਸ਼ਬਦਾਂ ਨੂੰ ਜੋਟੀਆਂ ਦੀਆਂ ਧਾਰਨਾ ਜਾਂ ਰਾਗਾਂ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਅਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀਆਂ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਵਿੱਚ ਹੀ ਧਾਰਨਾ ਬਣਾਈ ਜਾਵੇ। ਹੁਣ ਜਿਹੜੇ ਧਾਰਨਾ ਲਾ ਕੇ ਕੀਰਤਨ ਕਰਦੇ ਆ ਇੰਨੇ ਜਾਣੇ, ਜਾਂ ਜਿਵੇਂ ਕਹਿ ਲਓ ਢੱਡਰੀਆਂ ਵਾਲਾ ਜਾਂ ਹੋਰ, ਇਹਨਾਂ ਦਾ ਫਿਰ ਕੀ ਕਰਾਂਗੇ? ਇਹਨਾਂ ਦਾ ਕੀ ਕਰੋਗੇ? ਸੋ ਕਹਿਣ ਤੋਂ ਮਤਲਬ ਮੇਰਾ ਇਹ ਆ, ਬਹੁਤ ਕਈ ਤਰੁੱਟੀਆਂ ਨੇ ਇਸ ਦੇ ਵਿੱਚ, ਠੀਕ ਵੀ ਨੇ ਕਈ ਗੱਲਾਂ, ਇਹਨਾਂ 'ਤੇ ਵਿਚਾਰ ਵੀ ਕਰਨੀ ਚਾਹੀਦੀ ਸਾਰੇ ਸਿੱਖ ਪੰਥ ਨੂੰ ਇੱਕ ਕਰਕੇ। ਫਿਰ ਹੀ ਕੋਈ ਜਿਹੜਾ ਆ ਵੱਡੇ ਫੈਸਲੇ ਜਿਹੜੇ ਲਏ ਜਾ ਸਕਦੇ ਆ, ਅਤੇ ਇਸ 'ਤੇ ਵਿਚਾਰ ਹੋਣੀ ਬਹੁਤ ਜ਼ਰੂਰੀ। ਸੋ ਅਗਲੇ ਪੇਜ ਦੇ ਉੱਤੇ 16 ਨੰਬਰ 'ਤੇ ਲਿਖਿਆ ਜੀ, ਹਰ ਇੱਕ ਸਿੱਖ ਨੂੰ ਵਸ ਲੱਗੇ ਆਪਣੇ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦਾ ਵੱਖਰਾ ਅਤੇ ਨਿਵੇਕਲਾ ਸਥਾਨ ਨਿਯਤ ਕਰਨਾ ਚਾਹੀਏ। ਭਾਵ ਘਰੇ ਸਾਰੇ ਪ੍ਰਕਾਸ਼ ਕਰਨ। ਜੇ ਸਾਰੇ ਸਿੱਖ ਹੀ ਘਰੇ ਪ੍ਰਕਾਸ਼ ਕਰ ਲੈਣਗੇ ਤਾਂ ਗੁਰਦੁਆਰਿਆਂ 'ਚ ਕੌਣ ਜਾਏਗਾ? ਜਾਂ ਅਸੀਂ ਘਰੇ ਗੁਰੂ ਨੂੰ ਲੋਕ ਲਾ ਕੇ ਅਤੇ ਗੁਰਦੁਆਰੇ ਜਾਵਾਂਗੇ ਘਰੇ ਇਕੱਲੇ ਗੁਰੂ ਸਾਹਿਬ ਜੀ ਨੂੰ ਛੱਡ ਕੇ? ਹਾਂਜੀ। ਸੋ ਅੱਗੇ ਲਿਖਿਆ, ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿੱਚ ਉਹ ਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਸੁਣੇ। ਅਤੇ ਕੀ ਹੁਣ ਮਤਲਬ ਕਿ ਕਿੰਨੇ ਕੁ ਸਿੱਖ ਆ, ਜਿਹੜਾ ਹਰ ਕੋਈ ਸਿੱਖ ਸਵੇਰੇ ਕੁਛ ਛਕਣ ਤੋਂ ਪਹਿਲਾਂ, ਕਈਆਂ ਨੇ ਕੰਮ 'ਤੇ ਜਾਣਾ ਹੁੰਦਾ, ਕਈਆਂ ਨੇ ਕੁਛ, ਕਈਆਂ ਦੇ ਘਰਾਂ ਦੇ ਨੇੜੇ ਗੁਰੂ ਘਰ ਹੈ ਹੀ ਨਹੀਂ। ਹਾਂਜੀ। ਅਤੇ ਸਾਰੇ ਉਹ ਮਤਲਬ ਕਿ ਛਕਣ ਤੋਂ ਪਹਿਲਾਂ ਹੁਕਮ ਕਿੱਦਾਂ ਲੈਣ? ਇਹ ਤਾਂ ਇਹੀ ਹੋ ਸਕਦਾ, ਹੁਕਮਨਾਮਾ ਦਰਬਾਰ ਸਾਹਿਬ ਜੀ ਦਾ ਵੱਧ ਤੋਂ ਵੱਧ ਸੁਣਿਆ ਜਾ ਸਕਦਾ। ਹਾਂਜੀ। ਸੋ ਅੱਗੇ ਲਿਖਿਆ 17 ਨੰਬਰ ਪੇਜ 'ਤੇ, ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕਰਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਕਿਸੇ ਚੰਗੇ ਪਾਠੀ ਕੋਲੋਂ ਸੌਲ ਲੈਣ। ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਅਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਹੁਣ ਅਕਾਲ ਤਖਤ ਸਾਹਿਬ ਦੇ ਮਗਰਲੇ ਪਾਸੇ 100 ਦੇ ਲਾਗੇ ਛਾਗੇ ਮੇਰਾ ਖਿਆਲ ਕਮਰਾ ਹੋਣਾ, ਜਿਹੜਾ ਇਹਨਾਂ ਨੇ ਪਾਇਆ, ਜਿੱਥੇ ਪਾਠ ਹਮੇਸ਼ਾ ਚੱਲਦੇ ਹੀ ਰਹਿੰਦੇ। ਉੱਥੇ ਤੁਸੀਂ ਜਾ ਕੇ ਵੇਖੋ। ਹੋਰ ਵੀ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ 'ਚ ਕਈ ਥਾਵਾਂ 'ਤੇ ਪਾਠ ਚੱਲਦੇ ਰਹਿੰਦੇ ਆ। ਜਾ ਕੇ ਵੇਖੋ, ਪਾਠੀ ਇਕੱਲੇ ਹੀ ਪਾਠ ਕਰੀ ਜਾਂਦੇ ਆ, ਕੋਈ ਸੁਣਨ ਵਾਲਾ ਨਹੀਂ ਹੁੰਦਾ। ਸੋ ਉੱਥੇ ਕਿਉਂ ਨਹੀਂ ਇਹ ਮਰਜ਼ਾਦਾ ਨੂੰ ਸੋਚ ਸਮਝ ਕੇ ਕੰਮ ਕੀਤੇ ਜਾਂਦੇ? ਸੋ ਕੀ ਇਹ ਜਿਹੜੀ ਮਰਜ਼ਾਦਾ ਜਿਹਨੂੰ ਕਹਿ ਰਹੇ ਅਕਾਲ ਤਖਤ ਸਾਹਿਬ ਦੀ, ਇਹ ਤਾਂ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਨਹੀਂ, ਉੱਥੇ ਅਕਾਲ ਤਖਤ ਸਾਹਿਬ 'ਤੇ ਨਹੀਂ ਫਾਲੋ ਹੋ ਰਹੀ ਜੇ ਮੈਂ ਕਹਾਂ ਤਾਂ। ਸੋ ਇਸ ਨੂੰ ਕਈ ਗੱਲਾਂ ਸੋਚਣ ਵਿਚਾਰਨ ਵਾਲੀਆਂ, ਜਾਂ ਇਹਨਾਂ 'ਤੇ ਸਵਾਲ ਖੜ੍ਹਾ ਹੁੰਦਾ ਵੀ ਉਹ ਇੱਕ ਮਤਲਬ ਕਿ ਤੁਹਾਨੂੰ ਪੈਸਾ ਆਉਂਦਾ ਪਾਠਾਂ ਦਾ, ਜਾਂ ਇੱਕ ਵਧੀਆ ਬਿਜ਼ਨਸ ਆ, ਤੁਹਾਡਾ ਕਮਾਈ ਦਾ ਸਾਧਨ ਆ, ਉਹ ਤਾਂ ਕਰਕੇ 100 ਕਮਰਾ ਪਿੱਛੇ ਬਣਾਇਆ ਆ। ਕਿਉਂ ਨਹੀਂ ਲੋਕਾਂ ਨੂੰ ਕਹਿੰਦੇ ਵੀ ਆਪ ਪਾਠ ਕਰੋ? ਸੋ ਜਦੋਂ ਆਪਣੇ 'ਤੇ ਗੱਲ ਆਉਂਦੀ ਉਦੋਂ ਮਰਜ਼ਾਦਾ ਕਿੱਥੇ ਜਾਂਦੀ ਇਹਨਾਂ ਦੀ? ਸੋ ਅੱਗੇ 18 ਨੰਬਰ ਪੇਜ 'ਤੇ ਲਿਖਿਆ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਤੋਂ ਭਾਵ ਐਂਡ 'ਤੇ ਕੀ ਲਿਖਿਆ ਜੀ, ਇਸ ਤੋਂ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਸੋ ਹੁਣ ਮੈਂ ਪੁੱਛਣਾ ਚਾਹੁੰਦਾ, ਸ਼੍ਰੋਮਣੀ ਕਮੇਟੀ ਕੀ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾਉਂਦੀ ਆ ਅਖੰਡ ਪਾਠ ਸਾਹਿਬ ਦਾ? ਜਾਂ ਜਿਹੜੇ ਮਸ਼ੀਨਰੀ ਹੈ ਜਾਂ ਹੋਰ ਕਈ ਰੌਲੀ ਪਾਉਂਦੇ ਆ, ਕੀ ਇਹ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾਉਂਦੇ ਆ? ਨਿਹੰਗਾ ਸਿੰਘਾਂ ਤੋਂ ਇਲਾਵਾ, ਜਾਂ ਕਹਿ ਲਓ ਵੀ ਟਕਸਾਲ ਆ ਜਿਹੜਾ ਦੇਗ 'ਤੇ ਭੋਗ ਵੇਲੇ ਆਨੰਦ ਸਾਹਿਬ ਦਾ ਪਾਠ ਕਰਦੀ ਆ ਹਰ ਵਾਰੀ, ਅਤੇ ਇਹਨਾਂ 2-3 ਸੰਪਰਦਾਵਾਂ ਤੋਂ ਇਲਾਵਾ ਕਿਹੜੇ ਜਿਹੜੇ ਆ ਆਨੰਦ ਸਾਹਿਬ ਦਾ ਪਾਠ ਕਰਕੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਂਦੇ ਆ? ਮੈਂ ਪੁੱਛਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਤੋਂ ਜਾਂ ਮਸ਼ੀਨਰੀ ਹੈ ਜਿਹੜੇ ਸਭ ਤੋਂ ਵੱਧ ਰੌਲੀ ਪਾ ਰਹੇ ਆ ਵੀ ਅਸੀਂ ਇਹ ਮਰਜ਼ਾਦਾ ਨੂੰ ਫਾਲੋ ਕਰਦੇ ਹਾਂ, ਕੀ ਉਹ ਇੱਦਾਂ ਕਰਦੇ ਆ? ਸੋ ਕਹਿਣ ਤੋਂ ਭਾਵ ਇਹ ਅਜੇ ਬਹੁਤ ਵਿਚਾਰਾਂ ਹੋਣ ਵਾਲੀਆਂ ਨੇ ਇਸ ਮਰਜ਼ਾਦਾ 'ਤੇ। ਸੋ ਅੱਗੇ ਲਿਖਿਆ ਹੋਇਆ, ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ 'ਤੇ ਉਹ ਹੁੰਦਾ 19 ਨੰਬਰ ਪੇਜ 'ਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਕੀਰਤਨ, ਕਥਾ। ਕਈ ਬੇਅੰਤ ਗੁਰਦੁਆਰੇ ਆ ਜਿੱਥੇ ਪ੍ਰਕਾਸ਼ ਕਰਕੇ 5 ਬਾਣੀਆਂ ਹੀ ਪੜ੍ਹਦੇ ਆ, ਕੀਰਤਨ ਵੀ ਨਹੀਂ ਹੁੰਦਾ। ਕਈ ਗੁਰਦੁਆਰੇ ਜਿੱਥੇ ਕੀਰਤਨ ਹੁੰਦਾ ਪਰ ਕਥਾ ਕੋਈ ਵੀ ਨਹੀਂ ਕਰਦਾ, ਵਿਖਿਆਨ ਕੋਈ ਵੀ ਨਹੀਂ ਕਰਦਾ। ਹਾਂਜੀ।
ਉਸ ਤੋਂ ਬਾਅਦ ਲਿਖਿਆ ਜੀ ਅਰਦਾਸ ਫਤਿਹ ਬੁਲਾ ਕੇ ਉਹ ਤੋਂ ਬਾਅਦ ਜਕਾਰਾ ਛੱਡਣਾ। ਦਰਬਾਰ ਸਾਹਿਬ 'ਤੇ ਜਕਾਰਾ ਕਿਉਂ ਨਹੀਂ ਛੱਡਿਆ ਜਾਂਦਾ? ਸ਼੍ਰੋਮਣੀ ਕਮੇਟੀ ਇਹ ਮਰਜ਼ਾਰਾ ਦਰਬਾਰ ਸਾਹਿਬ ਦੇ ਉੱਤੇ ਕਿਉਂ ਨਹੀਂ ਲਾਗੂ ਕਰਦੀ? ਸੋ ਇਹ ਸਵਾਲ ਨੇ, ਇਹ ਕਹਿ ਤੇ ਰਹੇ ਆ, ਇਹ ਤਾਂ ਆਪਣੇ ਥਾਵਾਂ 'ਤੇ ਹੀ ਇਹਨਾਂ 'ਤੇ ਲਾਗੂ ਹੁੰਦੀ, ਹੋਰ ਇਹਨਾਂ ਨੇ ਕਿੱਥੇ ਕਰਾ ਲੈਣੀ। ਸੋ ਅੱਗੇ ਲਿਖਿਆ ਹੋਇਆ 20 ਨੰਬਰ ਪੇਜ ਦੇ ਉੱਤੇ ਕਿ ਭਾਵ ਜਿਹੜੇ ਆ ਕੇਸ ਲੜਕੇ ਕੇ ਜੋ ਹੋਏ ਸੋ ਉਹਨਾਂ ਦਾ ਬੁਰਾ ਨਾ ਮੰਨੇ ਅਤੇ ਕੇਸ ਉਹੀ। ਥੱਲੇ 1 ਨੰਬਰ ਪਾ ਕੇ ਲਿਖਿਆ ਜਮਾਂਦਰੂ, ਭਾਵ ਬਚਪਨ ਤੋਂ ਹੀ ਕੇਸ ਉੱਦਾਂ ਰੱਖਣੇ ਚੰਗੀ ਗੱਲ ਆ, ਰੱਖਣੇ ਚਾਹੀਦੇ ਸਾਰੇ ਸਿੱਖਾਂ ਨੂੰ। ਪਰ ਕਈ ਇਹ ਰੌਲਾ ਪਾਉਣ ਵਾਲੇ ਜੀ, ਅਕਾਲ ਤਖਤ ਸਾਹਿਬ ਦੀ ਮਰਜ਼ਾਰਾ ਸਾਰੇ ਗੁਰੂ ਘਰਾਂ 'ਤੇ ਲਾਗੂ ਹੋਣੀ ਚਾਹੀਦੀ, ਮੰਨਣੀ ਚਾਹੀਦੀ, ਮੋਨੇ ਵੀ ਬੜੇ ਆ, ਕੀ ਉਹ ਇਹਨੂੰ ਫਾਲੋ ਕਰ ਰਹੇ ਆ? ਸੋ ਅੱਗੇ ਲਿਖਦੇ ਆ ਜੀ ਸਿੱਖ ਮਰਦ ਅਥਵਾ ਇਸਤਰੀ ਨੂੰ ਨੱਕ ਕੰਨ ਛੇਦਣਾ ਮਨ੍ਹਾ ਹੈ। ਅਤੇ ਇਹਨਾਂ ਦੀਆਂ ਸ਼੍ਰੋਮਣੀ ਕਮੇਟੀ ਵਾਲਿਆਂ ਦੀਆਂ ਘਰ ਵਾਲੀਆਂ ਲੜਕੀਆਂ ਦੂਜੇ ਤੀਜੇ ਜਾ ਕੇ ਵੇਖੋ ਵੀ ਕਿੰਨਿਆਂ ਕਿਤੇ ਨੱਕ ਕੰਨ ਲੜਕੀਆਂ ਦੇ ਅਤੇ ਘਰ ਵਾਲੀਆਂ ਦੇ ਵਿੰਨੇ ਹੋਏ ਆ। ਹਾਂਜੀ, ਕੀ ਇਹ ਫਾਲੋ ਕਰ ਰਹੇ ਆ? ਸੋ ਇਹ ਜਿਹੜੇ ਮਸ਼ੀਨਰੀ ਵਾਲੇ ਸਭ ਤੋਂ ਵੱਧ ਰੌਲੀ ਪਾ ਰਹੇ, ਮਰਜ਼ਾਰਾ ਮੰਨੀ ਜਾਵੇ, ਇੱਦਾਂ ਕੀਤਾ ਜਾਵੇ, ਉੱਦਾਂ ਕੀਤਾ ਜਾਵੇ, ਇਹਨਾਂ ਦੀਆਂ ਘਰ ਵਾਲੀਆਂ ਅਤੇ ਲੜਕੀਆਂ ਦੇ ਜਾ ਕੇ ਜਾਂ ਵੇਖੋ ਵੀ ਕਿੰਨਿਆਂ ਕਿਤੇ ਨੱਕ ਕੰਨ ਵਿੰਨੇ ਹੋਏ ਆ, ਹੈ ਨਾ। ਕੀ ਇਹ ਮਰਜ਼ਾਰਾ ਨੂੰ ਫਾਲੋ ਕਰ ਰਹੇ ਆ? ਸੋ ਆਪਣੇ ਬੱਚਿਆਂ 'ਤੇ ਸਾਰਿਆਂ 'ਤੇ ਮਰਜ਼ਾਰਾ ਲਾਗੂ ਕਰ ਰਹੇ ਆ ਜਿਹੜੇ ਸਭ ਤੋਂ ਵੱਧ ਰੌਲੀ ਪਾ ਰਹੇ ਜੀ। ਇਹਨੂੰ ਨਾ ਮੰਨਣ ਵਾਲਾ ਮਤਲਬ ਕਿ ਉਹ ਪੰਥ ਦਾ ਹਿੱਸਾ ਹੀ ਨਹੀਂ। ਸੋ ਅੱਗੇ ਲਿਖਿਆ ਹੋਇਆ ਜੀ ਜਦੋਂ ਬੱਚਾ ਜੰਮਦਾ ਆ ਵਾਕ ਲੈ ਕੇ ਅਤੇ ਉਹਦੇ ਪਹਿਲੇ ਅੱਖਰ ਤੋਂ ਗ੍ਰੰਥੀ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਕਿੰਨੀਆਂ ਕੁ ਥਾਵਾਂ 'ਤੇ ਇੱਥੇ ਹੁੰਦਾ ਸ਼ਰੀਕ ਆ, ਵਾਕ ਜ਼ਰੂਰ ਸਿੱਖ ਲੈਂਦੇ ਆ, ਪਹਿਲਾ ਅੱਖਰ ਲੈ ਜਾਂਦੇ, ਘਰੇ ਜਾ ਕੇ ਮਰਜ਼ੀ ਦੇ ਨਾਲ ਆਪਣਾ ਨਾਂ ਰੱਖਦੇ ਆ। ਕਿੰਨੇ ਕੁ ਜਾਣੇ ਗ੍ਰੰਥੀ ਕੋਲੋਂ ਨਾਂ ਲਿਖਾਉਂਦੇ ਆ। ਅੱਗੇ ਲਿਖਿਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਵਰਤਿਆ ਜਾਵੇ। ਅਤੇ ਕਿੰਨੇ ਜਾਣੇ ਸਿੱਖ ਅਜੇ ਲਾਸਟ ਨੇਮ ਯੂਜ਼ ਕਰ ਰਹੇ ਆ, ਜਿਹੜੇ ਰੌਲੀ ਪਾ ਰਹੇ ਆ। ਆਪਣੇ ਝਾਤੀ ਮਾਰੀ ਜਾਓ ਆਪਣੇ ਅੰਦਰ ਵੀ ਕਿੰਨੇ ਜਾਣੇ ਤੁਸੀਂ ਲਾਸਟ ਨੇਮ ਯੂਜ਼ ਕਰਦੇ ਆ। ਕੀ ਤੁਸੀਂ ਇਹ ਮਰਜ਼ਾਰਾ ਨੂੰ ਫਾਲੋ ਕਰ ਰਹੇ ਆ? ਸੋ ਅੱਗੇ ਲਿਖਿਆ ਹੋਇਆ ਜੀ ਆਨੰਦ ਕਾਰਜ ਬਾਰੇ ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰ ਦੇ ਹੋਣਾ ਚਾਹੀਏ। ਅਤੇ ਜਿਹੜੇ ਕਈ ਰੌਲੀ ਪਾ ਰਹੇ ਜੀ ਫਲਾਣੀ ਸੰਪਰਦਾਨੀ ਮਰਜ਼ਾਰਾ ਨੂੰ ਮੰਨਦੀ, ਉਹ ਨਹੀਂ ਮੰਨਦੀ। ਕੀ ਤੁਸੀਂ ਸਾਰੇ ਸਿੱਖ ਬਿਨਾਂ ਜਾਤ ਪਾਤ ਤੋਂ ਆਪਣੇ ਬੱਚਿਆਂ ਦੇ ਵਿਆਹ ਕਰ ਰਹੇ? ਤੁਸੀਂ ਆਪ ਕਰਾਏ ਆ? ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਅਤੇ ਕਿੰਨੇ ਗੁਰੂ ਘਰਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀਆਂ ਕੁੜੀਆਂ ਦਾ ਵਿਆਹ ਕਾਲੇ ਪੀਲਿਆਂ ਨਾਲ ਅਤੇ ਕਈ ਮੁੰਡਿਆਂ ਦਾ ਵਿਆਹ ਗੋਰੀਆਂ ਨਾਲ ਦੂਜੇ ਤੀਜਿਆਂ ਨਾਲ ਹੋਇਆ। ਕੀ ਅਸੀਂ ਇਹ ਫਾਲੋ ਕਰ ਰਹੇ ਹਾਂ? ਸੋ ਅੱਗੇ ਲਿਖਿਆ ਹੋਇਆ ਜੀ ਸਿਹਰੇ ਬੰਨਣੇ ਜਾਂ ਗਾਨਾ ਬੰਨਣਾ ਕਹਿ ਲਈਏ ਜਾਂ ਹੋਰ ਇਤਿਆਦਿਕ ਚੀਜ਼ਾਂ। ਅਤੇ ਐਂਡ 'ਤੇ ਲਿਖਿਆ ਜੀ ਵੇਸਵਾ ਦਾ ਨਾਚ ਸ਼ਰਾਬ ਆਦਿ ਮਨਮਤ ਹੈ। ਸੋ ਕਿੰਨੇ ਵਿਆਹਾਂ 'ਤੇ ਪੰਜਾਬ ਦੇ ਵਿੱਚ ਵੇਸਵਾਵਾਂ ਨਚਾਈਆਂ ਜਾਂਦੀਆਂ ਅਤੇ ਸ਼ਰਾਬ ਵੀ ਉੱਥੇ ਹੁੰਦੀ ਹੈ। ਅਤੇ ਸਿੰਘ ਸਾਹਿਬ ਕਈ ਵਾਰੀ ਉਹਨਾਂ ਥਾਵਾਂ 'ਤੇ ਗਏ ਵੀ ਹੈ। ਕੀ ਇਹ ਆਪ ਇਸ ਮਰਜ਼ਾਦਾ ਨੂੰ ਮੰਨਦੇ ਆ? ਇਹਨਾਂ ਦੀਆਂ ਫੋਟੋਆਂ ਵੀ ਹੈਗੀਆਂ। ਅੱਗੇ 24 ਨੰਬਰ ਪੇਜ 'ਤੇ ਲਿਖਿਆ ਜੀ ਆਮ ਹਾਲਾਤਾਂ ਵਿੱਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 3 ਵਿਆਹ ਸੀਗੇ, ਗੁਰੂ ਗੋਬਿੰਦ ਸਿੰਘ ਜੀ ਦੇ 3 ਵਿਆਹ ਸੀਗੇ, ਭਾਈ ਮਨੀ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਆ ਉਹਨਾਂ ਦੇ ਵੀ 1 ਤੋਂ ਵੱਧ ਵਿਆਹ ਸੀ। ਹਾਂਜੀ, ਅਤੇ ਫਿਰ ਜਿਹਨੂੰ ਆਪਾਂ ਅਕਾਲ ਤਖਤ ਸਾਹਿਬ ਤੋਂ ਕਹਿ ਲਓ ਵੀ ਇਹਨਾਂ ਨੇ ਮਹਾਨ ਸਿੱਖ ਦਾ ਖਿਤਾਬ ਦਿੱਤਾ, ਸੰਤ ਗਿਆਨੀ ਜਰਨੈਲ ਸਿੰਘ ਜੀ, ਉਹਨਾਂ ਦੇ ਪਿਤਾ ਜੀ ਦੇ 2 ਵਿਆਹ ਸੀ ਅਤੇ ਦੂਜੀ ਵਾਈਫ ਤੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਜਿਹੜਾ ਆ ਜਨਮ ਹੋਇਆ ਸੀਗਾ। ਸੋ ਕਈ ਗੱਲਾਂ ਆ, ਇਹਨਾਂ ਗੱਲਾਂ 'ਤੇ ਸੋਚ ਵਿਚਾਰ ਲੈਣਾ ਚਾਹੀਦਾ। ਮੈਂ ਉਹ ਪ੍ਰੂਫ ਵੀ ਦੇ ਦਿੰਦਾ ਭਾਈ ਮਨੀ ਸਿੰਘ ਜੀ ਬਾਰੇ ਵੀ ਉਹਨਾਂ ਦੇ ਵਾਈਫਾਂ ਦੇ ਨਾਮ ਹੀ ਦੱਸ ਦਿੰਦਾ। ਮੈਂ ਆਪ ਵਿਆਹ ਨਹੀਂ ਕਰਾਇਆ, ਮੈਂ ਪਰ ਸਿਰਫ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ। ਜਿਵੇਂ ਹੁਣ ਭਾਈ ਮਨੀ ਸਿੰਘ ਜੀ ਸੀਗੇ, ਉਹਨਾਂ ਦੇ ਵੀ 2 ਵਿਆਹ ਸੀਗੇ ਅਤੇ ਉਹਨਾਂ ਦੀ ਵਾਈਫ ਦਾ ਨਾਂ ਸੀਤੋ ਬਾਈ ਜੀ ਅਤੇ ਖੇਮੀ ਬਾਈ ਜੀ ਸੀਗਾ। ਆਹ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਕਿੰਨੇ। ਸੋ ਅੱਗੇ 27 ਨੰਬਰ ਪੇਜ ਦੇ ਉੱਤੇ ਲਿਖਿਆ ਹੋਇਆ ਜੀ ਅੰਮ੍ਰਿਤ ਸੰਸਕਾਰ ਭਾਵ ਅੰਮ੍ਰਿਤ ਛਕਾਉਣ ਦੀ ਵਿਧੀ। ਅਤੇ 5 ਪੈਰਾਂ 'ਚ ਲਿਖਿਆ ਜੀ ਸਿੰਘਣੀਆਂ ਵੀ ਹੋ ਸਕਦੀਆਂ ਨੇ। ਪਰ ਉਦੋਂ ਅੱਗੇ ਲਿਖਿਆ ਹੋਇਆ ਜੀ ਇਹਨਾਂ 5 ਪੈਰਾਂ ਦੇ ਵਿੱਚ ਕੋਈ ਅੰਗ ਹੀ ਨੰਨਾ ਕਾਣਾ ਜਾਂ ਲੰਗਾ। ਅਤੇ ਭਾਵ ਅੱਗੇ ਲਿਖਿਆ ਹੋਇਆ ਜੀ ਲੂਲਾ ਜਾਂ ਦੀਰਘ ਰੋਗ ਵਾਲਾ ਨਾ ਹੋਵੇ। ਸੋ ਭਾਵ ਇੱਦਾਂ ਦਾ ਕਹਿੰਦੇ ਜੀ ਕੋਈ ਨਹੀਂ ਹੋਣਾ ਚਾਹੀਦਾ। ਹੁਣ ਮੇਰਾ ਇੱਥੇ ਸਵਾਲ ਆ ਵੀ ਜਿਹੜਾ ਹੁਣ ਜਮਾਂਦਰੂ ਜੰਮਿਆ ਇੱਦਾਂ, ਸੋ ਜਿਹੜਾ ਹੁਣ ਜੰਮਿਆ ਹੀ ਇੱਦਾਂ, ਜਿਵੇਂ ਕਹਿ ਦਿੰਦੇ ਜੀ ਕਈ ਸੰਪਰਦਾਵਾਂ ਕਹਿੰਦੀਆਂ ਜੀ ਬੀਬੀ ਨਹੀਂ ਲੱਗਣੀ ਚਾਹੀਦੀ। ਹੁਣ ਬੀਬੀ ਦਾ ਤਾਂ ਕੋਈ ਕਸੂਰ ਨਹੀਂ ਕਿਉਂਕਿ ਉਹ ਬੀਬੀ ਜੰਮੀ ਹੈ। ਅਤੇ ਜਿਹੜਾ ਹੁਣ ਬਚਪਨ ਤੋਂ ਭਾਵ ਅੰਨਾ ਹੀ ਜੰਮਿਆ ਆ, ਜਿਵੇਂ ਹੁਣ ਕਈ ਸੂਰਮੇ ਅੰਨੇ ਜਿਹੜੇ ਹੈਗੇ ਆ ਉਹ ਰਾਗੀ ਵੀ ਹੈਗੇ, ਦਰਬਾਰ ਸਾਹਿਬ ਵੀ ਕੀਰਤਨ ਕਰਦੇ ਰਹੇ, ਫਿਰ ਉਹ ਕਿਉਂ ਨਹੀਂ 5 ਪੈਰਾਂ 'ਚ ਲੱਗ ਸਕਦਾ? ਜਾਂ ਉਹ ਲੰਗਾ ਕਿਉਂ ਨਹੀਂ ਲੱਗ ਸਕਦਾ? ਇੱਕ ਅੰਮ੍ਰਿਤਧਾਰੀ ਸਿੰਘ ਹੋਵੇ ਤਿਆਰ ਪਰ ਲੰਗਾ ਹੋਵੇ, ਉਹ ਕਿਉਂ ਨਹੀਂ ਲੱਗ ਸਕਦਾ? ਹਾਂਜੀ,
ਸੋ ਇਸ ਤਰ੍ਹਾਂ ਕਈ ਜਿਹੜੇ ਵਿਵਾਦ ਆ ਉਹ ਬਿਨਾਂ ਵਜ੍ਹਾ ਠਾਉਣੇ ਹੋਣ ਐਵੇਂ ਠਾਏ ਜਾ ਸਕਦੇ ਆ। ਸੋ ਕਈ ਮਸਲੇ ਹੈਗੇ ਆ ਜੇ ਵਿੱਚ ਜਿਨ੍ਹਾਂ 'ਤੇ ਵਿਚਾਰ ਕਰਨੀ ਜ਼ਰੂਰੀ ਹੈ। ਸੋ ਸ਼ੁਰੂ ਦੇ ਵਿੱਚ ਇਹਨਾਂ ਨੇ 3 ਹੀ ਬਾਣੀਆਂ ਬਾਰੇ ਲਿਖਿਆ ਸੀ, 3 ਹੀ ਬਾਣੀਆਂ ਪੜ੍ਹਨੀਆਂ, ਪਰ ਹੁਣ ਇੱਥੇ 29 ਨੰਬਰ ਪੇਜ ਦੇ ਉੱਤੇ ਜਿੱਥੇ ਲਿਖਿਆ ਹੋਇਆ ਵੀ 5 ਪਿਆਰੇ ਅੰਮ੍ਰਿਤ ਛਕਾਉਣ ਵੇਲੇ ਕਿੰਨੀਆਂ ਬਾਣੀਆਂ ਪੜ੍ਹਨ, ਉੱਥੇ ਲਿਖਿਆ ਹੋਇਆ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ। ਹੁਣ 5 ਜਾਣੇ ਆ, ਇੱਕ ਜਾਣਾ ਇੱਕ ਬਾਣੀ ਪੜ੍ਹਦਾ ਆ। ਅਤੇ ਇਹ ਫਰਕ ਕਿਉਂ? ਅੰਮ੍ਰਿਤ ਦੀਆਂ ਬਾਣੀਆਂ ਹੀ ਸਾਡੇ ਅੰਮ੍ਰਿਤ ਵੇਲੇ ਦਾ ਨਿਤਨੇਮ ਆ। ਇਹ ਫਰਕ ਕਿਉਂ ਰੱਖਿਆ ਗਿਆ? ਇੱਥੇ 5 ਬਾਣੀਆਂ ਫਿਰ ਕਿਉਂ ਲਿਖੀਆਂ ਅੰਮ੍ਰਿਤ ਛਕਾਉਣ ਦੇ ਲਈ, ਅਤੇ ਉੱਥੇ ਮੂਹਰੇ 3 ਕਿਉਂ ਲਿਖੀਆਂ? ਅਤੇ ਇੱਥੇ ਨਾਲ ਲਿਖਿਆ ਵੀ ਹੋਇਆ ਹਰ ਇੱਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ 'ਤੇ ਅਤੇ ਸੱਜੇ ਹੱਥ ਨਾਲ ਕੰਡਾ ਫੇਰੇ। ਹਾਂਜੀ, ਹੁਣ ਕੱਲਾ ਸਿੰਘ ਇੱਦਾਂ ਕਰਦਾ ਆ ਫਿਰ ਹੀ ਅੰਮ੍ਰਿਤ ਤਿਆਰ ਹੁੰਦਾ। ਸੋ ਕਈ ਐਸੇ ਮਸਲੇ ਇਸ ਮਰਜ਼ਾਦਾ ਦੇ ਵਿੱਚ ਹੈਗੇ ਨੇ। ਇਹ ਮਰਜ਼ਾਦਾ ਦੇ ਵਿੱਚ ਹੀ ਫਰਕ ਪਾਇਆ ਹੋਇਆ। ਅੰਮ੍ਰਿਤ ਛਕਾਉਣ ਦੀਆਂ ਬਾਣੀਆਂ ਹੋਰ ਅਤੇ ਅੰਮ੍ਰਿਤ ਵੇਲੇ ਪੜ੍ਹਨ ਦੀਆਂ ਬਾਣੀਆਂ ਹੋਰ, ਇੱਦਾਂ ਕਿੱਦਾਂ ਹੋ ਸਕਦਾ? ਸੋ 5 ਹੀ ਪਿਆਰੇ ਸੀ, 5 ਹੀ ਬਾਣੀਆਂ, ਅਤੇ 5 ਹੀ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਮਹਾਰਾਜ ਨੇ ਸਾਨੂੰ ਦਿੱਤੀਆਂ, ਅਤੇ ਇੱਥੇ ਵੀ ਵਿਚਾਰ ਦੀ ਲੋੜ ਆ। ਅਤੇ ਅੱਗੇ ਆ ਉੱਥੇ ਲਿਖਿਆ ਹੋਇਆ ਜੀ, ਉਪਰੰਤ 5 ਪਿਆਰੇ ਰਲ ਕੇ ਇੱਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ ਅਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਾਉਣ। ਪਰ ਇੱਥੇ ਮੂਲ ਮੰਤਰ ਇਹਨਾਂ ਨੇ ਗੁਰਪ੍ਰਸਾਦ ਤੱਕ ਲਿਖਿਆ ਹੋਇਆ, ਅਤੇ ਗੁਰੂ ਨਾਨਕ ਦੇਵ ਜੀ ਦੇ ਇਹਦਾ ਨਾਮ ਰੱਖਿਆ ਸੀ ਮੂਲ ਮੰਤਰ, ਮੂਲ ਭਾਵ ਹੁੰਦਾ ਮੁੱਢ। ਸੋ ਮੁੱਢ ਇੱਕੋ ਹੀ ਹੁੰਦਾ, ਅਤੇ ਮੂਲ ਮੰਤਰ ਹੈਗਾ ਨਾਨਕ ਹੋਸੀ ਭੀ ਸਾਜ ਤੱਕ। ਦਰਬਾਰ ਸਾਹਿਬ ਦੇ ਸਾਹਮਣੇ ਵੀ ਲਿਖਿਆ ਹੋਇਆ। ਬਾਬਾ ਦੀਪ ਸਿੰਘ ਜੀ ਦਾ ਚੱਕਰ ਅਕਾਲ ਤਖਤ ਸਾਹਿਬ 'ਤੇ ਪਿਆ ਜਦੋਂ ਰਹਿ ਰਸ ਤੋਂ ਬਾਅਦ ਉਹ ਵਿਖਾਉਂਦੇ ਆ, ਉੱਥੇ ਵੀ ਰੋਜ਼ ਬੋਲਿਆ ਜਾਂਦਾ ਜੀ। ਇਹਦੇ ਇੱਕ ਪਾਸੇ ਮੂਲ ਮੰਤਰ ਅਤੇ ਇੱਕ ਪਾਸੇ 10 ਪਾਤਸ਼ਾਹੀਆਂ ਦੇ ਨਾਂ ਲਿਖੇ, ਉਹ ਵੀ ਨਾਨਕ ਹੋਸੀ ਭੀ ਸਾਜ ਤੱਕ ਹੀ ਲਿਖਿਆ ਹੋਇਆ। ਸੋ ਆਹ ਤੁਸੀਂ ਦਰਸ਼ਨ ਕਰ ਸਕਦੇ ਆ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਂਦੇ ਆ। ਫਰੰਟ ਡੋਰ ਅੰਦਰ ਵੜਨ ਲੱਗਦੇ ਆ ਦਰਬਾਰ ਸਾਹਿਬ ਦੇ, ਉਹਦੇ ਉੱਤੇ ਆਹ ਜੁੜਵੇਂ ਅੱਖਰਾਂ ਦੇ ਵਿੱਚ ਨਾਨਕ ਹੋਸੀ ਭੀ ਸਾਜ ਤੱਕ ਮੂਲ ਮੰਤਰ ਲਿਖਿਆ ਹੋਇਆ। ਔਰ ਜਦੋਂ ਕਾਰ ਸੇਵਾ ਇੱਥੇ ਚੱਲੀ ਸੀ, ਇਹ ਜਦੋਂ ਪੱਤਰਾ ਲਾਇਆ ਗਿਆ ਸੀ, ਕਾਫੀ ਸਮਾਂ ਇਹ ਪੱਤਰਾ ਨਹੀਂ ਸੀ ਲਾਇਆ ਗਿਆ। ਕੋਸ਼ਿਸ਼ ਇਹਨਾਂ ਦੀ ਕੁਝ ਇੱਦਾਂ ਦੀ ਹੋਈ ਸੀ ਵੀ ਇੱਥੇ ਵੀ ਗੁਰਪ੍ਰਸਾਦ ਤੱਕ ਹੀ ਲਿਖ ਕੇ ਲਾਇਆ ਜਾਵੇ। ਦੂਜਾ ਕਾਰਨ ਥੋੜ੍ਹਾ ਜਿਹਾ ਇਹ ਵੀ ਸੀ ਵੀ ਇਹ ਹੁਣ ਸਾਰਾ ਲਿਖਣ ਨੂੰ, ਮੀਨਾਕਾਰੀ ਕਰਨ ਨੂੰ ਥੋੜ੍ਹਾ ਟਾਈਮ ਵੀ ਲੱਗਦਾ। ਪਰ ਬਹੁਤ ਟਾਈਮ ਉਸ ਜਗ੍ਹਾ ਦੇ ਉੱਤੇ ਕੱਪੜਾ ਜਿਹਾ ਹੀ ਲਾ ਛੱਡਿਆ ਸੀ ਜਦੋਂ ਇਹਨੂੰ ਲਾਇਆ ਸੀਗਾ ਇਸ ਪੱਤਰੇ ਨੂੰ। ਪਰ ਚਲੋ ਐਨੀਵੇ ਹਜੇ ਵੀ ਉੱਥੇ ਲੱਗਾ ਹੋਇਆ ਅਤੇ ਲਿਖਿਆ ਹੋਇਆ ਨਾਨਕ ਹੋਸੀ ਭੀ ਸਾਜ ਤੱਕ। ਦਰਬਾਰ ਸਾਹਿਬ ਦੇ ਡੋਰ ਦੇ ਅੰਦਰ ਵੜਦੇ ਹਾਂ ਅਤੇ ਬਾਬਾ ਦੀਪ ਸਿੰਘ ਜੀ ਦੇ ਚੱਕਰ ਦੇ ਵੀ ਤੁਸੀਂ ਉੱਥੇ ਦਰਸ਼ਨ ਕਰ ਸਕਦੇ ਆ ਅਕਾਲ ਤਖਤ ਸਾਹਿਬ 'ਤੇ। ਉਹਦੇ ਇੱਕ ਪਾਸੇ ਮੂਲ ਮੰਤਰ ਨਾਨਕ ਹੋਸੀ ਭੀ ਸਾਜ ਤੱਕ ਲਿਖਿਆ ਹੋਇਆ। ਸੋ ਅੱਗੇ 30 ਨੰਬਰ ਦੇ ਉੱਤੇ ਲਿਖਿਆ ਹੋਇਆ, ਕੇਸਾਂ ਦੀ ਬੇਅਦਬੀ, ਕੁੱਠਾ ਖਾਣਾ, ਪਰ ਇਸਤਰੀ ਦਾ ਸੰਗ ਜਾਂ ਪੁਰਸ਼ ਦਾ ਤੰਬਾਕੂ ਵਰਤਣਾ, ਇਹ ਕ੍ਰੈਤਾਂ ਲਿਖੀਆਂ ਹੋਈਆਂ। ਪਰ ਇਹ ਕੁਝ ਲਿਖਣ ਤੋਂ ਬਾਅਦ ਥੱਲੇ ਲਿਖਿਆ, ਇਹਨਾਂ ਵਿੱਚੋਂ ਕੋਈ ਕ੍ਰੈਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁੱਧ ਅਨਭੋਲ ਹੀ ਕੋਈ ਕ੍ਰੈਤ ਹੋ ਜਾਵੇ ਤਾਂ ਕੋਈ ਦੰਡ ਨਹੀਂ। ਮੈਂ ਹੁਣ ਪੁੱਛਣਾ ਚਾਹੁੰਦਾ ਵੀ ਆਪਣੀ ਇੱਛਾ ਤੋਂ ਬਗੈਰ ਕੋਈ ਕੁੱਠਾ ਮਾਸ ਕਿੱਦਾਂ ਖਾ ਲੂਗਾ? ਆਪਣੀ ਇੱਛਾ ਤੋਂ ਬਗੈਰ ਕੋਈ ਪਰਾਈ ਇਸਤਰੀ ਨਾਲ ਜਾਂ ਪਰਾਏ ਬੰਦੇ ਨਾਲ ਕਿੱਦਾਂ ਸੰਗ ਕਰ ਲੂਗਾ? ਆਪਣੀ ਇੱਛਾ ਤੋਂ ਬਗੈਰ ਕੋਈ ਤੰਬਾਕੂ ਗਿਰਤਾਂ ਵਰਤ ਲੂਗਾ? ਸੋ ਕਈ ਚੀਜ਼ਾਂ ਹੈਗੀਆਂ ਦੇ ਸੋਧ ਕਰਨ ਦੀ ਲੋੜ ਹੈ ਜੀ। ਸੋ ਅੱਗੇ ਐਂਡਲੇ ਪੇਜ ਦੇ ਉੱਤੇ ਆ ਲਿਖਿਆ ਹੋਇਆ, ਐਂਡਲੇ ਪੇਜ 'ਤੇ ਪੂਰਨ ਜੋਤ ਜਗ੍ਹਾ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ ਨਾ ਡਰੂ ਅਰ ਸੋ ਜਬ ਜਾਇ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਦੋਵੇਂ ਪੰਕਤੀਆਂ ਦਸਮ ਗ੍ਰੰਥ ਦੀਆਂ ਆ, ਅਤੇ ਬਾਅਦ ਮਿਸ਼ਨਰੀ ਦਸਮ ਗ੍ਰੰਥ ਦਾ ਵਿਰੋਧ ਕਰਦੇ ਆ। ਅੱਗੇ ਲਿਖਿਆ ਹੋਇਆ, ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਹੁਲ ਛਕੇ। ਸਭ ਤੋਂ ਪਹਿਲੀ ਰਹਿਤ ਇਹ ਆ ਕਿ ਖੰਡੇ ਦੀ ਪਹੁਲ ਛਕੇ। ਸੋ ਭਾਵ ਸਾਰੇ ਸਿੱਖਾਂ 'ਤੇ ਹੀ ਇਹ ਰਹਿਤ ਲਾਗੂ ਹੁੰਦੀ ਹੈ। ਕੀ ਸਾਰੇ ਸਿੱਖ ਇਹਨੂੰ ਮੰਨਦੇ ਆ? ਸਾਰੇ ਸਿੱਖ ਅੰਮ੍ਰਿਤ ਛਕਦੇ ਆ? ਸੋ ਅੱਗੇ ਲਿਖਿਆ ਹੋਇਆ ਜੀ, ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ। ਸੋ ਮੈਂ ਪੁੱਛਣਾ ਚਾਹੁੰਦਾ, ਕਈ ਜਿਹੜੇ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੇ ਮਗਰ ਲੱਗ ਕੇ ਪੱਗਾਂ ਬੰਨੀਆਂ ਹੋਈਆਂ, ਫਿਰ ਵੀ ਸਿਰ ਦੇ ਉੱਤੇ ਕਈ ਸਿੱਖ ਜਾਂ ਵਾਲ ਕਟਾਈ ਫਿਰਦੇ, ਟੋਪੀਆਂ ਲਈ ਫਿਰਦੇ, ਕੀ ਉਹ ਸਾਰੇ ਇਹਨੂੰ ਮੰਨਦੇ ਆ? ਇਸ ਮਰਜ਼ਾਦਾ ਨੂੰ ਮੰਨ ਰਹੇ ਆ? ਸੋ ਐਂਡਲੇ ਪੇਜ ਦੇ ਉੱਤੇ ਉਹੀ ਗੱਲ ਲਿਖੀ ਵੀ ਉਹ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਜਿਵੇਂ ਅੰਦਰ ਲਿਖਿਆ ਸੀਗਾ, ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਹੁਲ ਛਕੇ। ਸੋ ਜਿੰਨੇ ਵੀ ਸਿੱਖ ਇਸ ਮਰਜ਼ਾਦਾ ਵਾਲੇ ਰੌਲੀ ਪਾ ਰਹੇ ਆ, ਕਿਸੇ 'ਤੇ ਉਂਗਲ ਕਰਨ ਤੋਂ ਪਹਿਲਾਂ ਵੀ ਫਲਾਣੀ ਸੰਪਰਦਾ ਨਹੀਂ ਮੰਨਦੀ, ਫਲਾਣਾ ਨਹੀਂ ਮੰਨਦਾ, ਜਾਂ ਇੱਦਾਂ ਨਹੀਂ ਉੱਦਾਂ ਨਹੀਂ, ਉਹ ਆਪਣੇ ਅੰਦਰ ਝਾਤੀ ਮਾਰਨ, ਕੀ ਸਾਰੇ ਇਸ ਮਰਜ਼ਾਦਾ ਨੂੰ ਮੰਨ ਰਹੇ ਆ? ਫਿਰ ਅਕਾਲ ਤਖਤ ਸਾਹਿਬ ਇਹ ਵੇਖੇ ਜੋ ਇਹ ਕੁਝ ਮਰਜ਼ਾਦਾ ਦੇ ਵਿੱਚ ਲਿਖਿਆ ਆ, ਕੀ ਅਸੀਂ ਸਾਰੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਅਨੁਕੂਲ ਚੱਲ ਰਹੇ ਹਾਂ? ਜੇ ਨਹੀਂ ਚੱਲ ਰਹੇ, ਕਈ ਗੱਲਾਂ ਮੈਂ ਆਲਰੇਡੀ ਦੱਸ ਚੁੱਕਾ ਵੀ ਆਹ ਕੰਮ ਉੱਥੇ ਹੋ ਰਹੇ ਜਾਂ ਆਹ ਗੱਲਾਂ ਉੱਥੇ ਹੈ ਨਹੀਂ, ਦਰਬਾਰ ਸਾਹਿਬ ਜਕਾਰਾ ਨਹੀਂ ਛੱਡਿਆ ਜਾਂਦਾ, ਜਾਂ ਹੋਰ ਕਈ, ਅਤੇ ਮੂਲ ਮੰਤਰ ਉਲਟ ਲਿਖਿਆ ਦਰਬਾਰ ਸਾਹਿਬ 'ਤੇ ਕੁਝ ਹੋਰ ਲਿਖਿਆ, ਮਰਜ਼ਾਦਾ 'ਚ ਕੁਝ ਹੋਰ ਲਿਖਿਆ। ਸੋ ਇਸ 'ਤੇ ਵਿਚਾਰ ਹੋਣ ਦੀ ਲੋੜ ਆ। ਜੋ
ਟਕਸਾਲ ਦੇ ਸਿੰਘਾਂ ਨੇ ਮੁੱਦਾ ਉਠਾਇਆ ਸੀਗਾ ਉਹ ਸਹੀ ਉਠਾਇਆ ਸੀਗਾ ਔਰ ਇਸ 'ਤੇ ਵਿਚਾਰ ਹੋਣੀ ਚਾਹੀਦੀ ਹੈ। ਤੁਸੀਂ ਵੀਡੀਓ ਦੇਖ ਕੇ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।